ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੋਸ਼ਲ ਵਾਰ, ਜਿੱਥੇ ਗੱਲਬਾਤ ਤਮਾਮ ਉਹਨਾਂ ਖਬਰਾਂ ਤੇ ਵੀਡੀਓਜ਼ ਦੀ ਕਰਾਂਗੇ ਜੋ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਹਨ। ਸੁਪਰ ਬੋਲ ਇਵੈਂਟ ਦੇ ਵਿੱਚ ਕਿਸਾਨੀ ਮੁੱਦਾ ਗੂੰਜਿਆ ਵੱਡੀ ਗੱਲ ਹੈ। ਵੱਡੀ ਗੱਲ ਇਸ ਕਰਕੇ ਕਿਉਂਕਿ ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ ਹੈ। ਇੱਥੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸਪੋਰਟਸ ਇਵੈਂਟ ਹੈ। 30 ਸੈਕਿੰਡ ਦੀ ਐਡਵਰਟੀਜ਼ਮੈਂਟ ਜਾਣੀ ਕਿ ਮਸ਼ਹੂਰੀ ਚਲਾਈ ਗਈ ਹੈ। ਇਸ ਇਵੈਂਟ ਦੇ ਵਿੱਚ ਜਦੋਂ ਵੀ ਮਸ਼ਹੂਰੀ ਚਲਵਾਉਣੀ ਹੁੰਦੀ ਹੈ ਤਾਂ ਉਸ ਦੇ ਵਾਸਤੇ ਇੱਕ ਵੱਡੀ ਰਕਮ ਅਦਾ ਕਰਨੀ ਪੈਂਦੀ ਹੈ। 5 ਤੋਂ 6 ਮਿਲੀਅਨ ਡਾਲਰ ਇਸ ਦੇ ਵਾਸਤੇ ਦੇਣੇ ਪੈਂਦੇ ਨੇ। ਜੇਕਰ ਰੁਪਿਆਂ ਦੇ ਵਿੱਚ ਗੱਲ ਕਰੀਏ ਤਾਂ ਇਸ ਦੀ ਕੀਮਤ 36 ਕਰੋੜ ਤੋਂ 44 ਕਰੋੜ ਦੇ ਵਿਚਕਾਰ ਹੈ। 30 ਸੈਕਿੰਡ ਦੀ ਜੋ ਇਹ ਮਸ਼ਹੂਰੀ ਚਲਾਈ ਗਈ ਹੈ, ਇਸ ਦੀ ਸ਼ੁਰੂਆਤ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕੋਟ ਦੇ ਨਾਲ ਹੁੰਦੀ ਹੈ। ਹਿਸਟਰੀ ਦਾ ਇਤਿਹਾਸ ਦਾ ਸਭ ਤੋਂ ਵੱਡਾ ਪ੍ਰੋਟੈਸਟ ਇਸ ਨੂੰ ਦੱਸਿਆ ਜਾਂਦਾ ਹੈ। ਉਸ ਤੋਂ ਬਾਅਦ ਜੋ ਅੰਦੋਲਨ ਦੇ ਵਿੱਚ ਹੋ ਰਿਹਾ ਹੈ ਉਸ ਦੀ ਮਸ਼ਹੂਰੀ ਚਲਾਈ ਜਾਂਦੀ ਹੈ। ਦੱਸਿਏ ਕਿ ਵੱਡੇ ਪੱਧਰ ਦੇ ਉੱਪਰ ਇੰਟਰਨੈਸ਼ਨਲ ਪੱਧਰ ਦੇ ਉੱਪਰ ਵੀ ਇਸ ਮੁੱਦੇ ਨੂੰ, ਕਿਸਾਨੀ ਮੁੱਦੇ ਨੂੰ ਲਗਾਤਾਰ ਚੁੱਕਿਆ ਜਾ ਰਿਹਾ ਹੈ। ਜੋ ਇਹ ਮਸ਼ਹੂਰੀ ਸੁਪਰ ਬੋਲ ਇਵੈਂਟ ਦੇ ਵਿੱਚ ਚਲਾਈ ਗਈ ਹੈ, ਇਸ ਨੂੰ ਕਈ ਲੋਕਾਂ ਨੇ ਆਪਣੇ ਟਵਿੱਟਰ ਦੇ ਉੱਪਰ ਸਾਂਝਾ ਕੀਤਾ ਹੈ। ਜੈਜ਼ਬੀ ਵੱਲੋਂ ਵੀ ਸਾਂਝਾ ਕੀਤਾ ਗਿਆ, ਜਿਸ ਦੇ ਉੱਪਰ ਉਹਨਾਂ ਨੇ ਲਿਖਿਆ ਵਰਲਡ ਇਜ਼ ਵਾਚਿੰਗ। In India, hundreds of thousands of farmers have shut down access. Away farming, you will run into an issue, and that's why we're seeing such great opposition. This is City of Fresno Mayor Jerry Dyer, and we want you to know, our brothers and sisters in India, that we stand with you. First, it was R&B megastar Rihanna. ਗਾਇਕ ਕਨਵਰ ਗਰੇਵਾਲ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਸੋਸ਼ਲ ਮੀਡੀਆ ਦੇ ਉੱਪਰ। ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਦੱਸਿਆ ਕਿ ਉਹਨਾਂ ਦਾ ਗਾਣਾ 13 ਫਰਵਰੀ ਨੂੰ ਐਲਾਨ ਇੱਕ ਵਾਰ ਫਿਰ ਤੋਂ ਰਿਲੀਜ਼ ਕੀਤਾ ਜਾਵੇਗਾ। ਹਾਲ ਹੀ ਦੇ ਵਿੱਚ ਉਹਨਾਂ ਦਾ ਜੋ ਗਾਣਾ ਸੀ ਐਲਾਨ, ਉਸ ਨੂੰ ਹਟਾਇਆ ਗਿਆ YouTube ਤੋਂ। ਕਿਸਾਨੀ ਮੁੱਦੇ ਦੇ ਉੱਪਰ ਉਹ ਗਾਣਾ ਆਧਾਰਿਤ ਸੀ। ਜੋ ਨਵਾਂ ਗਾਣਾ ਆਏਗਾ, ਇਹ ਨਹੀਂ ਪਤਾ ਕਿ ਉਸ ਦੇ ਵਿੱਚ ਕੁਝ ਬਦਲਾਵ ਕਰਕੇ ਲਿਆਂਦਾ ਜਾਏਗਾ ਜਾਂ ਫਿਰ ਬਿਲਕੁਲ ਨਵਾਂ ਇੱਕ ਪੇਸ਼ ਕੀਤਾ ਜਾਵੇਗਾ ਜਾਂ ਫਿਰ ਪੁਰਾਣੇ ਗਾਣੇ ਨੂੰ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ। ਇਹ ਤੇ 13 ਫਰਵਰੀ ਨੂੰ ਪਤਾ ਲੱਗ ਹੀ ਜਾਏਗਾ। ਦੱਸ ਦਈਏ ਕਿ ਅਜਿਹੇ ਹੋਰ ਵੀ ਕਈ ਗਾਣੇ ਸਨ ਜੋ ਕਿਸਾਨੀ ਮੁੱਦੇ ਦੇ ਨਾਲ ਜੁੜੇ, ਉਹਨਾਂ ਨੂੰ YouTube ਤੋਂ ਹਟਾਇਆ ਗਿਆ। ਹਾਲ ਹੀ ਦੇ ਵਿੱਚ ਹਿੰਮਤ ਸੰਧੂ ਵੱਲੋਂ ਵੀ ਇਸ ਦੀ ਜਾਣਕਾਰੀ ਲਾਈਵ ਹੋ ਕੇ ਦਿੱਤੀ ਸੀ ਕਿ ਉਹਨਾਂ ਦੇ 2 ਅਜਿਹੇ ਕਿਸਾਨੀ ਦੇ ਨਾਲ ਜੁੜੇ ਗਾਣਿਆਂ ਨੂੰ YouTube ਤੋਂ ਹਟਾਇਆ ਗਿਆ। ਕੰਗਨਾ ਰਣੌਤ ਵੱਲੋਂ ਲਗਾਤਾਰ ਕਿਸਾਨੀ ਮੁੱਦੇ ਦੇ ਉੱਪਰ ਜਾਂ ਫਿਰ ਕਹੀਏ ਇਸ ਦੇ ਖਿਲਾਫ ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੇ ਨਾਲ ਅਕਸਰ ਹੀ ਟਵਿੱਟਰ ਦੇ ਉੱਪਰ ਕਈ ਵਾਰ ਉਹ ਭਿੜ ਚੁੱਕੀ ਹੈ। ਜਵਾਬ ਇੱਕ ਦੂਸਰੇ ਨੂੰ ਦੋਨੇ ਹੀ ਦਿੰਦੇ ਹੋਏ ਨਜ਼ਰ ਆਉਂਦੇ ਨੇ। ਇੱਕ ਵਾਰ ਫਿਰ ਤੋਂ ਟਵਿੱਟਰ ਦੇ ਉੱਪਰ ਟਵੀਟ ਕੀਤੇ ਨੇ ਦਿਲਜੀਤ ਦੋਸਾਂਝ ਵੱਲੋਂ। ਉਹ ਇਸ ਕਰਕੇ ਕਿਉਂਕਿ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਕੰਗਨਾ ਰਣੌਤ ਨੇ, ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਦਿਲਜੀਤ ਦੋਸਾਂਝ ਦਾ। ਉਸ ਦੇ ਉੱਪਰ ਇਲਜ਼ਾਮ ਲਗਾਏ। ਇਸ ਦਾ ਜਵਾਬ ਦਿੱਤਾ ਟਵੀਟ ਦੇ ਜ਼ਰੀਏ ਦਿਲਜੀਤ ਦੋਸਾਂਝ ਨੇ, ਜਿਨ੍ਹਾਂ ਵੱਲੋਂ 3 ਟਵੀਟਸ ਕੀਤੇ ਗਏ। ਦੱਸਦੇ ਹਾਂ ਤੁਹਾਨੂੰ ਕੀ ਹੈ ਇਹ ਟਵੀਟਸ। ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਦੇ ਉੱਪਰ ਅਕਸਰ ਹੀ ਵਾਰ ਦੇਖਣ ਨੂੰ ਮਿਲਦੀ ਹੈ। ਦਿਲਜੀਤ ਦੇ ਨਾਲ ਜੋ ਟਵਿੱਟਰ ਦੇ ਉੱਪਰ ਲੜਾਈ ਹੋਈ, ਕੰਗਨਾ ਉਸ ਨੂੰ ਟੀਵੀ ਤੇ ਲੈ ਗਈ ਤੇ ਦਿਲਜੀਤ ਨੇ ਵੀ ਫਿਰ ਉਸ ਦੇ ਉੱਪਰ ਕਈ ਜਵਾਬ ਦਿੱਤੇ। ਦਿਲਜੀਤ ਵੱਲੋਂ ਜੋ ਟਵੀਟ ਕੀਤੇ ਗਏ, ਪਹਿਲੇ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ, ਟੀਵੀ ਤੇ ਬਹਿ ਕੇ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਆ, ਗੱਲਾਂ ਐਵੇਂ ਕਰਦੇ ਆ ਜਿਵੇਂ ਦੇਸ਼ ਇਹਨਾਂ ਨੇ ਹੀ ਲੈ ਲਿਆ ਹੁੰਦਾ। ਜਦੋਂ ਵੀ ਦੇਸ਼ ਲਈ ਜਾਨ ਦੇਣ ਦੀ ਵਾਰੀ ਆਏ ਤਾਂ ਪੰਜਾਬੀਆਂ ਨੇ ਮੋਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ। ਰੱਬ ਨਾ ਕਰੇ ਅੱਜ ਵੀ ਲੋੜ ਪੈਂਦੀ ਆ ਤਾਂ ਪੰਜਾਬੀ ਅੱਗੇ ਹੋਣਗੇ। ਤੁਹਾਨੂੰ ਹੁਣ ਪੰਜਾਬੀ ਚੁੱਪਦੇ ਆ। ਇਸ ਤੋਂ ਬਾਅਦ ਇੱਕ ਹੋਰ ਟਵੀਟ ਉਹਨਾਂ ਵੱਲੋਂ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਲਿਖਿਆ, ਟੀਵੀ ਇੰਟਰਵਿਊ, ਤੂੰ ਮੈਨੂੰ ਪੁੱਛ ਲੈ ਮੈਂ ਤੈਨੂੰ ਆ ਜਵਾਬ ਦੇ ਦੂੰਗੀ। ਕੀ ਡਰਾਮਾ ਇਹ? ਅਸੀਂ ਦੇਸ਼ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ। ਇਹ ਧੱਕੇ ਨਾਲ ਹੋਰ ਹੀ ਐਂਗਲ ਦਿਖਾਉਣਾ ਚਾਹੁੰਦੇ ਆ। ਇਟ ਮੀਨਸ ਤੁਸੀਂ ਧੱਕੇ ਦੇ ਨਾਲ ਸਾਨੂੰ ਜੋ ਜੀ ਕਰਦਾ ਉਹ ਬਣਾਉਣਾ ਚਾਹੁੰਦੇ ਹੋ। ਵਾਹ। ਨਾਲ ਹੀ ਦਿਲਜੀਤ ਨੇ ਇੱਕ ਤੀਸਰਾ ਟਵੀਟ ਵੀ ਕੀਤਾ, ਜਿਸ ਦੇ ਵਿੱਚ ਉਹਨਾਂ ਲਿਖਿਆ, ਦੇਸ਼ ਦੇ ਵਿੱਚ ਸਭ ਤੋਂ ਵੱਧ ਅੱਗ ਲਾਉਣ ਦਾ ਕੰਮ ਇਹ ਸੋ ਕਾਲਡ ਮਾਸਟਰਨੀ ਹੀ ਕਰਦੇ ਨੇ। ਆਈ ਨੋ ਗੰਦ ਦਾ ਜਵਾਬ ਦੇਣਾ ਠੀਕ ਨਹੀਂ, ਪਰ ਇਹ ਸ਼ੇਰ ਹੀ ਛੱਡੀ ਜਾਂਦੇ ਆ। ਹਰ ਗੱਲ ਦਾ ਚੁੱਪ ਨਹੀਂ ਹੁੰਦਾ। ਕੱਲ ਨੂੰ ਇਹ ਕਿਸੇ ਦਾ ਕੁਝ ਵੀ ਬਣਾ ਦਿਆ ਕਰਨਗੇ। ਪੰਜਾਬੀ ਜਿਉਂਦੇ ਆ ਹਲੇ ਬੁੱਗੇ। ਦੱਸਿਏ ਕਿ ਟੀਵੀ ਚੈਨਲ ਨੂੰ ਕੰਗਨਾ ਰਣੌਤ ਵੱਲੋਂ ਆਪਣਾ ਇੰਟਰਵਿਊ ਦਿੱਤਾ ਗਿਆ ਸੀ, ਜਿਸ ਦੇ ਵਿੱਚ ਉਸਨੇ ਦਿਲਜੀਤ ਦੇ ਉੱਪਰ ਕਈ ਦੋਸ਼ ਲਗਾਏ ਨੇ। ਇਸ ਵਿੱਚ ਉਸਨੇ ਕਿਹਾ ਕਿ ਮੈਂ ਇਸ ਨੂੰ ਚੈਲੰਜ ਦਿੱਤਾ ਹੈ ਕਿ ਜੇ ਇੱਕ ਵਾਰ ਕਹਿ ਦਵੇ ਕਿ ਖਾਲਿਸਤਾਨੀ ਨਹੀਂ ਆ, ਪਰ ਇਸਨੇ ਇਹ ਨਹੀਂ ਕਿਹਾ। ਇਹ ਲੋਕ ਯੂਥ ਨੂੰ ਉਕਸਾ ਰਹੇ ਹਨ, ਇਹਨਾਂ ਨੂੰ ਖਾਲਿਸਤਾਨ ਦਾ ਸੁਪਨਾ ਦਿਖਾ ਰਹੇ ਹਨ। ਹਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਿਸਾਨਾਂ ਨੂੰ ਸਪੋਰਟ ਕੀਤਾ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਦਾ ਟਵੀਟ ਸਾਹਮਣੇ ਆਉਂਦਾ ਹੈ। ਉਸ ਤੋਂ ਬਾਅਦ ਕਈ ਅਜਿਹੇ ਚਿਹਰੇ ਸ਼ਾਮਿਲ ਹੋ ਜਾਂਦੇ ਨੇ ਉਸ ਲਾਈਨ ਦੇ ਵਿੱਚ ਜਿਨ੍ਹਾਂ ਨੇ ਕਿਸਾਨਾਂ ਨੂੰ ਸਪੋਰਟ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਬ੍ਰਿਟਿਸ਼ ਅਦਾਕਾਰਾ ਅਜਿਹੀ ਹੈ ਜਿਸ ਨੇ ਲਗਾਤਾਰ ਕਿਸਾਨਾਂ ਨੂੰ ਸਪੋਰਟ ਕਰਦਿਆਂ ਪੋਸਟਾਂ ਸਾਂਝੀਆਂ ਕੀਤੀਆਂ, ਪਰ ਅਜਿਹਾ ਕਰਨ ਦੇ ਉੱਪਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ। ਆਪਣੇ ਦੁੱਖ ਨੂੰ ਬਿਆਨ ਕੀਤਾ ਹੈ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੱਡੀ ਸਾਰੀ ਪੋਸਟ ਲਿਖੀ ਹੈ, ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਧਮਕੀਆਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਜੋ ਲੋਕ ਇਸ ਤਰ੍ਹਾਂ ਦੇ ਮੈਸੇਜ ਭੇਜ ਰਹੇ ਨੇ ਉਹ ਵੀ ਇਹ ਯਾਦ ਰੱਖ ਲੈਣ ਕਿ ਮੇਰੀ ਵੀ ਬਰਦਾਸ਼ਤ ਕਰਨ ਦੀ ਇੱਕ ਸੀਮਾ ਹੈ। ਵੌਇਸ ਓਵਰ। ਬਾਲੀਵੁੱਡ ਤੋਂ ਵੀ ਕਿਸਾਨ ਅੰਦੋਲਨ ਨੂੰ ਲਗਾਤਾਰ ਸਪੋਰਟ ਮਿਲਦੀ ਜਾ ਰਹੀ ਹੈ। ਅਜਿਹੇ 'ਚ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਉੱਪਰ ਇੱਕ ਬ੍ਰਿਟਿਸ਼ ਅਦਾਕਾਰਾ ਨੂੰ ਧਮਕੀਆਂ ਮਿਲ ਰਹੀਆਂ ਹਨ। ਬ੍ਰਿਟਿਸ਼ ਅਦਾਕਾਰਾ ਦਾ ਨਾਮ ਹੈ ਜਮੀਲਾ ਜਮੀਲ। ਇੰਸਟਾਗ੍ਰਾਮ ਦੇ ਰਾਹੀਂ ਉਸਨੇ ਆਪਣੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਵਿੱਚ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਉਸਨੂੰ ਕਰਨਾ ਪੈ ਰਿਹਾ ਹੈ। ਉਹ ਵੀ ਸਿਰਫ ਇਸ ਕਰਕੇ ਕਿਉਂਕਿ ਉਹ ਲਗਾਤਾਰ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਬੋਲਦੀ ਹੋਈ ਜਾਣੀ ਕਿ ਉਸਨੂੰ ਸਪੋਰਟ ਕਰਦੀ ਨਜ਼ਰ ਆ ਰਹੀ ਹੈ। ਉਸਨੇ ਦੱਸਿਆ ਕਿ ਕਿਸਾਨ ਅੰਦੋਲਨ ਦਾ ਸਪੋਰਟ ਕਰਨ ਦੇ ਉੱਪਰ ਉਸਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਪ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮਹਿਲਾ ਵੱਲੋਂ ਇੱਕ ਬਹੁਤ ਵੱਡੀ ਪੋਸਟ ਸਾਂਝੀ ਕੀਤੀ ਗਈ, ਜਿਸ ਵਿੱਚ ਉਸਨੇ ਲਿਖਿਆ, ਮੈਂ ਭਾਰਤ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਬੀਤੇ ਕਈ ਮਹੀਨਿਆਂ ਤੋਂ ਬੋਲ ਰਹੀ ਹਾਂ, ਪਰ ਜਦੋਂ ਵੀ ਮੈਂ ਇਸ ਮੁੱਦੇ ਨੂੰ ਚੁੱਕਦੀ ਹਾਂ ਤਾਂ ਮੈਨੂੰ ਹੱਤਿਆ ਅਤੇ ਰੇਪ ਦੀਆਂ ਧਮਕੀਆਂ ਮਿਲਦੀਆਂ ਹਨ। ਤੁਸੀਂ ਮੈਨੂੰ ਅਜਿਹੇ ਮੈਸੇਜ ਭੇਜ ਰਹੇ ਹੋ। ਇੱਕ ਗੱਲ ਧਿਆਨ ਰੱਖੋ ਕਿ ਮੈਂ ਵੀ ਇੱਕ ਇਨਸਾਨ ਹਾਂ ਅਤੇ ਮੇਰੀ ਵੀ ਬਰਦਾਸ਼ਤ ਕਰਨ ਦੀ ਇੱਕ ਸੀਮਾ ਹੈ। ਮਹਿਲਾ ਨੇ ਲਿਖਿਆ ਕਿ ਮੈਂ ਭਾਰਤ ਦੇ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਹਰ ਉਸ ਸ਼ਖਸ ਦੇ ਨਾਲ ਖੜੀ ਹਾਂ ਜੋ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮਰਦਾਂ ਨੂੰ ਅਜਿਹੇ ਮੁੱਦਿਆਂ ਤੇ ਬੋਲਣ ਨੂੰ ਲੈ ਕੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹੋਵੋਗੇ। ਇਸ ਨੂੰ ਪੜ੍ਹ ਰਹੇ ਇਹਨਾਂ ਸਾਰੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਜੋ ਹੋ ਰਿਹਾ ਹੈ ਉਸ ਬਾਰੇ ਵਿੱਚ ਪੜ੍ਹੋ। ਜਮੀਲਾ ਇੱਕ ਬ੍ਰਿਟਿਸ਼ ਫੇਮਸ ਅਦਾਕਾਰਾ ਹੈ। ਅਦਾਕਾਰਾ ਤੋਂ ਇਲਾਵਾ ਉਹ ਇੱਕ ਮਾਡਲ ਅਤੇ ਲੇਖਿਕਾ ਵੀ ਹੈ। ਜਮੀਲਾ ਕਾਮੇਡੀ ਸੀਰੀਜ਼ ਦ ਗੁੱਡ ਪਲੇਸ ਦੇ ਵਿੱਚ ਆਪਣੇ ਕਿਰਦਾਰ ਦੇ ਲਈ ਜਾਣੀ ਜਾਂਦੀ ਹੈ। ਕਾਫੀ ਸਰਗਰਮ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਰਣਜੀਤ ਬਾਵਾ ਨਜ਼ਰ ਆਉਂਦੇ ਹਨ। ਸਮੇਂ-ਸਮੇਂ ਦੇ ਉੱਪਰ ਆਪਣੇ ਵਿਚਾਰ ਵੀ ਰੱਖਦੇ ਨੇ। ਹੁਣ ਉਹਨਾਂ ਵੱਲੋਂ ਗਾਣੇ ਦੀਆਂ ਕੁਝ ਲਾਈਨਾਂ ਗਾਈਆਂ ਗਈਆਂ, ਜਿਸ ਦੇ ਵਿੱਚ ਉਹਨਾਂ ਨੇ ਵਿਕੇ ਪਜਾਮੇ ਜਿਹੜਾ ਸ਼ਬਦ ਹੈ ਉਸ ਦਾ ਇਸਤੇਮਾਲ ਕੀਤਾ। ਕਿਸ ਦੇ ਬਾਰੇ ਕੀਤਾ ਹੈ ਇਹ ਸਾਰੇ ਜਾਣਦੇ ਨੇ। ਦੱਸ ਦਈਏ ਕਿ ਲਗਾਤਾਰ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਅਲੱਗ-ਅਲੱਗ ਲੋਕ ਜਿਹੜੇ ਨੇ ਆਮ ਤੋਂ ਖਾਸ ਆਪਣਾ ਪੱਖ ਰੱਖ ਰਹੇ ਹਨ। ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਸਨ ਜਿਨ੍ਹਾਂ ਨੇ ਜੋ ਹਾਲੀਵੁੱਡ ਦੇ ਸਿਤਾਰਿਆਂ ਤੋਂ ਕਿਸਾਨਾਂ ਨੂੰ ਸਪੋਰਟ ਮਿਲੀ ਹੈ ਉਸ ਨੂੰ ਪ੍ਰੋਪੇਗੈਂਡਾ ਦੱਸਿਆ ਗਿਆ ਤੇ ਇੱਕੋ ਤਰ੍ਹਾਂ ਦੇ ਟਵੀਟਸ ਉਹਨਾਂ ਵੱਲੋਂ ਕੀਤੇ ਗਏ। ਉਹ ਗੇਮ ਹੀ ਕਮਾਤੀ ਉਹ ਟਕੈਤ ਦੇ ਬਿਆਨਾਂ ਨੇ ਕਰਕੇ ਟਵੀਟ ਸਿਰਾ ਲਾਤਾ ਹੀ ਰਹਾਨਾ ਨੇ। ਉਹ ਫਾਇਦਿਆਂ ਲਈ ਕਰਦੇ ਆ ਯੂਜ਼ ਪੱਗਾਂ ਨੂੰ, ਫਿਲਮਾਂ ਦੇ ਵਿੱਚ ਜੋ ਡਰਾਮੇ ਵੇਖਦੇ ਆ ਤੇਰੇ ਚਾਚੇ ਤਾਏ ਵਿਕੇ ਬਾਲੀਵੁੱਡ ਵਾਲੀਏ। ਜਿਵੇਂ ਚੌੜੇ ਦੇ ਬਾਜ਼ਾਰ 'ਚ ਪਜਾਮੇ ਵੇਖਦੇ ਆ ਤੇਰੇ ਬਾਲੀਵੁੱਡ ਵਾਲੇ ਵਿਕੇ ਇਦਾਂ ਹੰਨਣੇ। ਜਿਵੇਂ ਚੌੜੇ ਦੇ ਬਾਜ਼ਾਰ 'ਚ ਪਜਾਮੇ ਵੇਖਦੇ। ਓਏ ਕਿੱਡਾ ਦਿਲ ਕਰਸਾਨਾ ਤੇਰਾ ਓਏ ਹੋ ਤੂੰ ਕੀ ਕਰਨਾ। ਉਹ ਮੋਢੇ ਲੋਈ ਹੱਥ ਵਿੱਚ ਡੰਡਾ ਤੇ ਦਿੱਲੀ ਲੱਗ ਗਿਆ ਡੇਰਾ। ਓਏ ਕਿੱਥੇ ਭੱਜਣਾ ਦੱਸ ਹਾਕਮਾਂ ਹੁਣ ਚਾਰੇ ਪਾਸਿਓਂ ਘੇਰਾ।
ਬਾਲੀਵੁੱਡ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ ਸਤਿੰਦਰ ਸੱਤੀ ਨੇ। ਦਰਅਸਲ ਉਹਨਾਂ ਨੇ ਕਿਹਾ ਹੈ ਕਿ ਫਿਲਮਾਂ ਦੇ ਵਿੱਚ ਜੋ ਪੱਗ ਬਣ ਕੇ ਸਰਦਾਰ ਦਾ ਕਿਰਦਾਰ ਨਿਭਾ ਕੇ ਵਾਹ-ਵਾਹੀ ਖੱਟਦੇ ਨੇ, ਜਦੋਂ ਅਸਲ ਮੌਕਾ ਸੀ ਉਹਨਾਂ ਵੱਲੋਂ ਕਿਸਾਨਾਂ ਦੇ ਲਈ ਕੁਝ ਵੀ ਨਹੀਂ ਬੋਲਿਆ ਗਿਆ। ਕਈ ਤਰ੍ਹਾਂ ਦੇ ਸ਼ਬਦਾਂ ਦਾ, ਵਿਚਾਰਾਂ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ। ਤੁਹਾਨੂੰ ਸੁਣਾਉਂਦੇ ਹਾਂ ਕਿ ਕੀ ਕਿਹਾ ਸਤਿੰਦਰ ਸੱਤੀ ਨੇ। ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁੜਤੀ ਮਿਲੀ ਹੈ ਖੰਡੇ ਦੀ ਧਾਰ ਵਿੱਚੋਂ। ਸਾਦਕ ਸਿਦਕ ਸਿਰ ਦਸਤਾਰ ਸੂਹੀ ਤੇ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ। ਬੰਦ ਬੰਦ ਕਟਵਾਏ ਪਰ ਸੀ ਨਾ ਕੀਤੀ ਤੇ ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ। ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਤੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਿੰਦਰ ਸੱਤੀ ਅੱਜ ਆਈ ਹਾਂ ਸਿੰਘੂ ਬਾਰਡਰ ਦੇ ਉੱਤੇ। ਇਸ ਕਰਕੇ ਮੈਂ ਗੱਲ ਕੀਤੀ ਹੈ, ਇਸ ਸ਼ੇਅਰ ਦਾ ਮਕਸਦ ਇਹ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਨੇ, ਉਹਨਾਂ ਨੇ ਰਿਹਾਨਾ ਦੀ ਟਵੀਟ ਤੋਂ ਬਾਅਦ ਇੱਕਦਮ ਜਿਵੇਂ ਸੁੱਤੇ ਪਏ ਜਾਗ ਗਏ ਨੇ। ਔਰ ਉਹਨਾਂ 'ਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਪੱਗਾਂ ਬੰਨ੍ਹ ਕੇ ਪੰਜਾਬ ਦੇ ਖੇਤਾਂ ਦੇ ਵਿੱਚ ਫਿਲਮਾਂ ਸ਼ੂਟ ਕੀਤੀਆਂ ਨੇ ਔਰ ਆਪਣੀਆਂ ਬਹੁਤੀਆਂ ਫਿਲਮਾਂ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਰੰਗ ਦੇ ਵਿੱਚ ਸ਼ੂਟ ਕੀਤੀਆਂ ਨੇ ਔਰ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ, ਪੰਜਾਬ ਦੀਆਂ ਧੀਆਂ ਕਹਿੰਦੇ ਰਹੇ ਨੇ। ਬੜਾ ਦੁੱਖ ਲੱਗਾ, ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਦੇ ਉੱਤੇ ਕਿ ਪੱਗ ਬੰਨ੍ਹਣੀ ਇੱਕ ਵੱਖਰੀ ਚੀਜ਼ ਹੈ ਪਰ ਉਸ ਦੀ ਮਰਿਆਦਾ, ਉਸ ਦੀ ਇੰਪੋਰਟੈਂਸ, ਉਸ ਦਾ ਜਜ਼ਬਾ ਸਮਝਣਾ ਅੱਜ ਵੇਲਾ ਸੀਗਾ ਕਿ ਅਗਰ ਤੁਸੀਂ ਆਪਣੇ ਸਿਰਾਂ 'ਤੇ ਪੱਗਾਂ ਟਿਕਾਈਆਂ ਸੀ ਤਾਂ ਉਹਨਾਂ ਦੇ ਮੁੱਲ ਵੀ ਤਾਰਦੇ। ਕਿਉਂਕਿ ਮੁੱਲ ਤਾਰਨਾ ਜਦੋਂ ਵਕਤ ਹੁੰਦਾ ਨਾ, ਜੇ ਬੰਦਾ ਕਹਿੰਦੇ ਵਕਤ 'ਤੇ ਕੰਮ ਨਹੀਂ ਆਇਆ ਨਾ, ਫਿਰ ਉਸ ਬੰਦੇ ਦੀ ਹੋਂਦ ਨਾ ਹੋਂਦ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਔਰ ਪੂਰਾ ਪੰਜਾਬ ਜਦੋਂ ਤੁਹਾਡੀਆਂ ਸ਼ੂਟਿੰਗਾਂ ਹੁੰਦੀਆਂ ਨੇ, ਤੁਹਾਨੂੰ ਸਾਰਿਆਂ ਨੂੰ ਕਹਿੰਦਾ ਇਹ ਪੰਜਾਬ ਦਾ ਪੁੱਤਰ, ਇਹ ਪੰਜਾਬ ਦੀ ਧੀ ਹੈ। ਕਿੱਧਰ ਗਏ ਉਹ ਪੰਜਾਬ ਦੇ ਪੁੱਤਰ, ਪੰਜਾਬ ਦੀਆਂ ਧੀਆਂ ਜਿਨ੍ਹਾਂ ਨੂੰ ਆਪਣੇ ਪਿਓ ਬਾਰਡਰਾਂ ਦੇ ਉੱਤੇ ਠੰਡ ਦੇ ਵਿੱਚ ਵਿਲਕਦੇ ਹੋਏ ਸ਼ਹੀਦ ਹੁੰਦੇ ਨਹੀਂ ਦੇਖੇ? ਕਿੱਥੇ ਗਈਆਂ ਪੰਜਾਬ ਦੀਆਂ ਉਹ ਧੀਆਂ ਜਿਨ੍ਹਾਂ ਨੂੰ ਛੋਟੇ ਛੋਟੇ ਬੱਚੇ ਜਿਹੜੇ ਨੇ ਮਾਵਾਂ ਲੈ ਕੇ ਇੱਥੇ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਦਿਖੇ ਹੀ ਨਹੀਂ? ਤੇ ਉਹਨਾਂ ਨੂੰ ਲੱਗਾ ਕਿ ਉਹ 2 ਮਹੀਨੇ ਤੋਂ ਅਸੀਂ ਕੋਈ ਗੱਲ ਨਹੀਂ ਕੀਤੀ ਤੇ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਨੇ ਟਵੀਟ ਕੀਤਾ ਇਹ ਤੇ ਉਹ ਇਹ ਤੇ ਸਾਡੀ ਮਰਿਆਦਾ ਤੇ ਗੱਲ ਆ ਗਈ। ਜਾਂ ਫਿਰ ਕਹਿ ਲਓ ਵੀ ਤੁਹਾਨੂੰ ਜਗਾਇਆ ਗਿਆ ਕਿ ਬਈ ਜਾਗੋ, ਵੇਲਾ ਹੈ ਅਗੇਂਸਟ ਬੋਲਣ ਦਾ। बोलना उदो चाहिए, कहते सिर्फ होने से कुछ नहीं होता, अपने होने का हक अदा कीजिए। सिर्फ होना कुछ नहीं होता, तुसी जिउंदे हो सारी दुनिया दे विच, तुसी अपने घरदियां लई जिउंदे हो, पर अगर तुसी समाज दे विच किसी जगह दे विच जिउंदे हो तो अपने जीवन दा दसो भी, मुल भी तार के जाओ कि हाँ मैं जिउंदा वां ते मेरी होंद जिहड़ी है कोई वजूद रखदी है। सब जन्मे ने और सब ने मर जाना है। हर एक दा एक लिमिटेड पीरीयड है इस धरती दे उत्ते। जे तुसी चापलूसी कीती है तो तां भी दौलत नाल नहीं लैके जानी, ते जे नहीं कीती तो तां भी नहीं नाल लैके जानी। पर की नाल लैके जाना है ਉਹ ਹੈ ਤੁਹਾਡੀ ਚੰਗਿਆਈ, ਤੁਹਾਡੀ ਇੰਟੈਗ੍ਰਿਟੀ ਤੇ ਤੁਹਾਡੀ ਕ੍ਰੈਡੀਬਿਲਿਟੀ। ਤੁਹਾਡੀ ਕਹਿਣੀ ਤੇ ਕਥਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਸੋ ਇੱਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਦੁੱਖ ਲੱਗਾ ਕਿ ਸ਼ਾਇਦ ਅਗਰ ਅਸੀਂ ਉਹਨਾਂ ਦੇ ਹੱਕ 'ਚ ਨਹੀਂ ਬੋਲ ਸਕਦੇ ਤੇ ਫਿਰ ਵਿਰੋਧ 'ਚ ਵੀ ਨਹੀਂ ਬੋਲਣਾ ਚਾਹੀਦਾ। ਜੇ ਤੁਸੀਂ ਚੁੱਪ ਹੋ ਤੇ ਤੁਹਾਨੂੰ ਇਹ ਲੱਗਦਾ ਕਿ ਹਾਂ ਸਾਡਾ ਕੋਈ ਮਸਲਾ ਹੀ ਨਹੀਂ, ਲੈਣਾ ਦੇਣਾ ਹੀ ਨਹੀਂ ਹੈ, ਤੇ ਫਿਰ ਚੁੱਪ ਹੀ ਰਹੋ, ਕਿਉਂਕਿ ਬੋਲਣ ਦੇ ਲਈ ਅਸੀਂ ਹਾਂ। ਸਾਨੂੰ ਇਸ ਗੱਲ ਦਾ ਦੁੱਖ ਲੱਗਦਾ ਕਿ ਸਾਡੇ ਮਾਂ ਪਿਓ, ਸਾਡੇ ਬਜ਼ੁਰਗ ਜਿਹੜੇ ਨੇ ਉਹ ਬੈਠੇ ਹੋਏ ਨੇ ਇੱਥੇ ਔਰ ਇੰਨੇ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਤੇ ਉਸ ਦਾ ਦਰਦ ਹੈ। ਅੱਜ ਮੈਨੂੰ ਲੱਗਦਾ ਹਰ ਰੋਜ਼ ਕੋਈ ਨਾ ਕੋਈ ਕਲਾਕਾਰ ਆਉਂਦਾ ਹੈ, ਆਪਣਾ ਕੰਮ ਛੱਡ ਕੇ ਐਡਾ ਸਫ਼ਰ ਕਰਕੇ ਆਉਂਦਾ ਹੈ। ਉਹ ਇਸ ਕਰਕੇ ਆਉਂਦਾ ਹੈ ਕਿਉਂਕਿ ਉਸ ਦੇ ਮਨ ਦੇ ਵਿੱਚ ਕਿਧਰੇ ਨਾ ਕਿਧਰੇ ਦਰਦ ਹੈ। ਜਦੋਂ ਅਸੀਂ ਟੀਵੀ 'ਚ ਵੇਖਦੇ ਹਾਂ ਸਾਡਾ ਜ਼ਮੀਰ ਜਾਗਦਾ ਹੈ। ਔਰ ਮੈਂ ਮੰਨਦੀ ਹਾਂ ਕਿ ਅਗਰ ਇਨਸਾਨ ਦੇ ਅੰਦਰ ਜ਼ਮੀਰ ਨਹੀਂ ਹੈਗਾ ਨਾ, ਫਿਰ ਉਸ ਨੂੰ ਇਨਸਾਨ ਅਖਵਾਉਣ ਦਾ ਕੋਈ ਹੱਕ ਨਹੀਂ ਹੈ। ਇਹ ਇਨਕਲਾਬ, ਇਹ ਲੋਕ ਲਹਿਰ ਪਹਿਲੀ ਵਾਰ ਨਹੀਂ ਆਈ। ਤੁਸੀਂ ਅਗਰ ਆਪਣੇ ਬਜ਼ੁਰਗਾਂ ਕੋਲੋਂ, ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਕੁਝ ਸੁਣਿਆ ਹੋਏਗਾ, ਪਰ ਮੈਂ ਸੁਣਿਆ ਹੈ ਤੇ ਮੈਂ ਸੁਣਦਿਆਂ ਹੋਇਆ ਉਸ ਨੂੰ ਵਿਜ਼ੂਅਲਾਈਜ਼ ਕੀਤਾ, ਮੈਂ ਉਸ ਨੂੰ ਹੰਢਾਇਆ ਹੈ। ਤੇ ਇਹ ਵਾਲਾ ਇਨਕਲਾਬ, ਇਹ ਵਾਲੀ ਲੋਕ ਲਹਿਰ ਮੈਂ ਆਪਣੇ ਆਪ ਤੇ ਹੰਢਾ ਰਹੀ ਹਾਂ। ਮੈਂ ਕਿੰਨੀ ਵਾਰ ਇੱਥੇ ਹੋ ਕੇ ਗਈ ਹਾਂ, ਆਪਣੇ ਲੋਕਲ ਸਾਰੇ ਧਰਨਿਆਂ ਤੇ ਹਰ ਰੋਜ਼ ਤਕਰੀਬਨ ਜਾਂਦੀ ਹਾਂ। ਇਸ ਕਰਕੇ ਕਿਉਂਕਿ ਮੈਨੂੰ ਆਉਣ ਵਾਲੀ ਨਸਲ ਪੁੱਛੇਗੀ, ਮੈਨੂੰ ਆਉਣ ਵਾਲੀ ਪੀੜ੍ਹੀ ਪੁੱਛੇਗੀ ਕਿ ਜਦੋਂ ਇਹ ਇਨਕਲਾਬ ਹੋਇਆ ਸੀ, ਜਦੋਂ ਇਹ ਲੋਕ ਲਹਿਰ ਚੱਲੀ ਸੀ, ਤੁਸੀਂ ਕਿੱਥੇ ਸੀ ਔਰ ਤੁਹਾਡਾ ਕੀ ਯੋਗਦਾਨ ਹੈ ਉਹਦੇ ਵਿੱਚ। ਤੇ ਮੈਂ ਜਵਾਬਦੇਹ ਹਾਂ। ਜਿਸ ਤਰ੍ਹਾਂ ਸਾਨੂੰ ਸਾਡੇ ਮਾਂ ਪਿਓ ਜਾਂ ਸਾਡੀਆਂ ਦਾਦੀਆਂ ਕਹਿੰਦੀਆਂ ਸੀ ਕਿ ਜਦੋਂ 47 ਦੀ ਵੰਡ ਹੋਈ ਸੀ ਨਾ ਤੇ ਸਾਡਾ ਸਾਰਾ ਸਮਾਨ ਉੱਥੇ ਰਹਿ ਗਿਆ ਸੀਗਾ। ਅਜੇ ਵੀ ਉਹ ਆਪਣੇ ਘਰ ਨੂੰ ਨਾ ਐਵੇਂ ਵਿਜ਼ੂਅਲਾਈਜ਼ ਕਰਕੇ ਦੱਸਦੇ ਨੇ ਜਿਵੇਂ ਉਹ ਘਰ ਅਜੇ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਉਹ ਪੂਰਾ ਦਿਖਦਾ ਹੋਏ। ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਡਾ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਹ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦੇ ਲਈ ਅਸੀਂ ਜਵਾਬ ਰਹੀਏ। ਸ਼ਾਇਦ ਮੇਰੇ ਬਾਪ ਨੇ ਮੈਨੂੰ ਧਰੋਹਰ 'ਚ ਬਹੁਤੇ ਪੈਸੇ ਨਾ ਦਿੱਤੇ ਹੋਣ ਤੇ ਮੈਨੂੰ ਉਸ ਦੀ ਲੋੜ ਵੀ ਨਹੀਂ ਪਈ, ਪਰ ਹਾਂ
ਉਸਨੇ ਮੈਨੂੰ ਇੱਕ ਚੀਜ਼ ਸਿਖਾਈ ਕਿ ਸੱਚ ਲਈ ਹਮੇਸ਼ਾ ਖੜੇ ਹੋਣਾ, ਔਰ ਮੈਂ ਇਹੋ ਹੀ ਪਰੰਪਰਾ ਤੇ ਇਹੋ ਹੀ ਰਵਾਇਤ ਜਿਹੜੀ ਹੈ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਣਾ ਚਾਹੁੰਦੀ ਹਾਂ। ਸਭ ਨੌਜਵਾਨ, ਸਭ ਮੁੰਡੇ ਕੁੜੀਆਂ ਮੈਨੂੰ ਲੱਗਦਾ ਕਿ ਵੱਡੀ ਤਾਦਾਦ ਦੇ ਵਿੱਚ ਜੁੜੇ ਹੋਏ ਨੇ, ਪਰ ਮੈਂ ਚਾਹੁੰਦੀ ਹਾਂ ਕਿ ਇਸ ਵਾਰ ਹੋਰ ਹੁਮਾ ਕੇ ਪਹੁੰਚੋ, ਕਿਉਂਕਿ ਜਦੋਂ ਜ਼ੁਲਮ ਹੱਦ ਤੋਂ ਵੱਧ, ਮਹਾਰਾਜ ਨੇ ਕਿਹਾ ਕਿ ਜਦੋਂ ਜ਼ੁਲਮ ਹੱਦ ਤੋਂ ਵੱਧ ਜੇ ਤਾਂ ਫਿਰ ਉੱਠ ਕੇ ਖੜੇ ਹੋਣਾ ਬਹੁਤ ਜ਼ਰੂਰੀ ਹੈ। ਇਹ ਵੇਲਾ ਹੈ, ਉਹਨਾਂ ਨੇ ਸਾਨੂੰ ਕੋਸ਼ਿਸ਼ ਕੀਤੀ ਹੈ ਤੋੜਨ ਦੀ, ਮਰੋੜਨ ਦੀ, ਤੇ ਅਸੀਂ ਦੂੰਝ ਸੁਹਾਣੇ ਹੋ ਕੇ ਪਹਿਲਾਂ ਨਾਲੋਂ ਵੱਡੀ ਤਾਦਾਦ ਦੇ ਵਿੱਚ ਜੁੜਨਾ ਹੈ, ਇਹ ਦੱਸਣ ਦੇ ਲਈ ਕਿ ਅਸੀਂ ਆਪਣੇ ਸਿਰ ਤੇ ਕਟਵਾ ਸਕਦੇ ਹਾਂ ਪਰ ਝੁਕਾ ਨਹੀਂ ਸਕਦੇ। ਪਿਛਲੇ ਦਿਨਾਂ ਤੋਂ ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਜਿਸ ਤਰ੍ਹਾਂ ਦੇ ਟਵੀਟ ਕੀਤੇ ਗਏ, ਇੱਕ ਵੱਡਾ ਤਬਕਾ ਜਿਹਾ ਜੋ ਉਹਨਾਂ ਤੋਂ ਨਾਰਾਜ਼ ਨਜ਼ਰ ਆਇਆ। ਜਿਹੜੇ ਵੀ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਨਾਰਾਜ਼ਗੀ ਉਹਨਾਂ ਬਾਲੀਵੁੱਡ ਸਿਤਾਰਿਆਂ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਜਿਨ੍ਹਾਂ ਵੱਲੋਂ ਇੱਕੋ ਤਰ੍ਹਾਂ ਦੇ ਟਵੀਟਸ ਕੀਤੇ ਗਏ। ਹੁਣ ਜਗਦੀਪ ਰੰਧਾਵਾ ਲਾਈਵ ਹੋਏ ਨੇ ਬਾਲੀਵੁੱਡ ਦੇ ਸਿਤਾਰਿਆਂ ਬਾਰੇ, ਉਹਨਾਂ ਵੱਲੋਂ ਕੁਝ ਗੱਲਾਂ ਦੀ ਸਾਂਝ ਪਾਈ ਗਈ ਹੈ। ਨਾਲ ਹੀ ਉਹਨਾਂ ਕਿਹਾ ਕਿ ਹੁਣ ਇਹ ਜਿਹੜੀ ਲੜਾਈ ਹੈ ਕੇਂਦਰ ਦੇ ਨਾਲ ਲੜਾਈ ਹੈ, ਇਸ ਸਮੇਂ ਵੇਲਾ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਨੂੰ ਜਾਰੀ ਰੱਖੀਏ, ਆਪਸ ਦੇ ਵਿੱਚ ਜਿਹੜੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਖਤਮ ਕਰੀਏ, ਉਹਨਾਂ ਨੂੰ ਭੁੱਲ ਜਾਈਏ। ਲੋ ਵੀ ਗੱਲਾਂ ਬਾਤਾਂ ਕਰਨੀਆਂ ਆਪਾਂ ਏਕੇ ਦੀਆਂ ਅੱਜ ਵੀ ਏਕੇ ਬਿਨਾ ਬਰਕਤ ਕਿਤੇ ਹੋ ਹੀ ਨਹੀਂ ਸਕਦੀ ਹਨਾ। ਗੱਲਾਂ ਆਪਾਂ ਏਕੇ ਦੀਆਂ ਕਰਨੀਆਂ ਅੱਜ। ਪਹਿਲਾਂ ਤਾਂ ਪੋਜ਼ਿਟਿਵ ਗੱਲਾਂ ਇਹ ਕਰਦੇ ਆਂ ਵੀ ਨੈਟ ਚੱਲ ਪਿਆ, ਦਿੱਲੀ ਦੇ ਸਾਰੇ ਬਾਰਡਰਾਂ ਤੇ ਨੈਟ ਚੱਲ ਪਿਆ। ਬਾਕੀ ਜਿਹੜੇ ਉਹਨਾਂ ਨੇ ਕਿੱਲ ਪੱਤੀਆਂ ਜਿਹਾ ਲਾਏ ਸੀ ਉਹ ਵੀ ਪੱਟ ਕੇ ਲੈ ਗਏ। ਬਾਕੀ ਗੋਰਿਆਂ ਨੇ ਇਹੋ ਜਿਹੀ ਗਰਦ ਕੱਢੀ, ਉਧਰ ਸਿੰਗਰਾਂ ਨੇ, ਤੇ ਮੋਦੀ ਦਾ ਜਲੂਸ ਨਿਕਲ ਗਿਆ। ਉਧਰੋਂ ਤਾਂ ਆਪਾਂ ਸਾਰੇ ਪਾਸਿਓਂ ਹੋ ਗਏ ਸੈੱਟ। ਗੱਲ ਹੁਣ ਆਪਾਂ ਏਕੇ ਦੀ ਕਰਨਾ, ਖਿੱਚ ਕੇ ਸ਼ੇਅਰ ਕਰ ਦਿਓ ਭਰਾਵੋ ਵੀਡੀਓ, ਤੇ ਗੱਲਾਂ ਬਾਤਾਂ ਇਹ ਕਰਨੀਆਂ ਆਪਾਂ ਵੀ ਆਪਣਾ ਪੰਗਾ ਹੈਗਾ ਸੈਂਟਰ ਨਾਲ, ਮਾੜੀ ਝਿੜੀ ਗੱਲ ਨਹੀਂ। ਗੱਲਾਂ ਏਕੇ ਦੀਆਂ ਕਰਨੀਆਂ, ਗੱਲਾਂ ਤੋੜਨ ਵਾਲੀ ਤਾਂ ਕੋਈ ਕਰਨੀ ਹੀ ਨਹੀਂ। ਲੱਖੇ ਬਾਈ ਨਾਲ ਹਿੱਕ ਠੋਕ ਕੇ ਖੜੇ, ਹਾਂ ਬਾਈ ਖੜੇ ਆ, ਕੋਈ ਚੱਕਰ ਨਹੀਂ। ਤੇ ਕੋਈ ਨਹੀਂ ਯਾਰ, ਮੇਰੀ ਗੱਲ ਸੁਣ ਲਓ, ਖਿੱਚ ਕੇ ਭਰਾ ਆਪਣੇ ਸ਼ੇਅਰ ਕਰ ਦਿਓ। ਗੱਲਾਂ ਕਰਨੀਆਂ ਏਕਾਂ ਦੀਆਂ, ਪੋਜ਼ਿਟਿਵ ਗੱਲਾਂ ਦੱਸਦਾ। ਪਹਿਲਾਂ ਤਾਂ ਵੀ ਨੈਟ ਚੱਲ ਪਿਆ ਬਾਰਡਰਾਂ ਤੇ, ਜਿਹੜੇ ਕਿੱਲੇ ਜੇ ਲਾਏ ਸੀ ਉਹ ਪੱਟ ਕੇ ਲੈ ਗਏ। ਗੋਰੇ ਸਿੰਗਰ ਇੰਨੇ ਆਪਣੇ ਹੱਕ 'ਚ ਆ ਕੇ ਗਰਦ ਕੱਢਤੀ ਉਹਨਾਂ ਨੇ। ਆ ਬਾਲੀਵੁੱਡ ਵਾਲਿਆਂ ਦਾ ਵੀ ਜਲੂਸ ਕੱਢਤਾ। ਬਾਲੀਵੁੱਡ ਵਾਲੇ ਪਤਾ ਟਵੀਟ ਕਿਵੇਂ ਕਰਦੇ ਸੀ? ਜਿਹੜਾ ਕੁਛ ਮੋਦੀ ਦੇ ਬੰਦੇ ਲਿਖ ਕੇ ਦੇ ਦਿੰਦੇ ਸੀ ਉਹੀ ਟਵੀਟ ਕਰ ਦਿੰਦੇ ਸੀ। ਆ ਬਾਕੀ ਜਿਹੜੇ ਕ੍ਰਿਕਟ ਜੀ ਖੇਡਦੇ ਆ, ਸਜਨ ਵਰਗੇ, ਜਵਰਾਜ ਸਿੰਘ ਵਰਗੇ, ਇਹ ਮਿੱਤ ਸਾਹਿਬ ਦਾ ਮੁੰਡਾ ਇਹਨਾਂ ਦੀਆਂ ਟੀਮਾਂ ਖਰੀਦਦਾ, ਉਹਦੇ ਪਿੱਛੇ ਲੱਗ ਕੇ ਜਿਵੇਂ ਮਿੱਤ ਸਾਹਿਬ ਦੇ ਮੁੰਡੇ ਨੇ ਕਿਹਾ ਉਵੇਂ ਚੇਪ ਤੇ ਇਹਨਾਂ ਨੇ ਟਵੀਟ ਆ। ਉਹ ਤਾਂ ਚਲੋ ਗੱਲਾਂ ਹੋ ਗਈਆਂ। ਹੁਣ ਗੱਲਾਂ ਕਰਨੀਆਂ ਆਪਾਂ ਏਕੇ ਦੀਆਂ। ਦੀਪ ਸਿੱਧੂ ਹੋਵੇ, ਬਾਈ ਲੱਖਾ ਸਦਾਣਾ ਹੋਵੇ, ਬੇਸ਼ੱਕ ਹੋਰ ਨੌਜਵਾਨ ਹੋਣ, ਤੇ ਜਥੇਬੰਦੀਆਂ ਨੂੰ ਅਪੀਲ ਆ, ਤੇ ਸਾਰੇ ਨੌਜਵਾਨਾਂ ਤੇ ਜਥੇਬੰਦੀਆਂ ਨੂੰ ਇਹ ਅਪੀਲ ਆ ਵੀ ਇਕੱਠੇ ਹੋ ਜਾਓ। ਆਪਣਾ ਪੰਗਾ ਹੈਗਾ ਸੈਂਟਰ ਨਾਲ, ਮਾੜੀ ਝਿੜੀ ਗੱਲ ਨਹੀਂ ਹੈਗੀ। ਇਕੱਠੇ ਹੋ ਜਾਓ, ਦੀਪ ਸਿੱਧੂ, ਬਾਈ ਲੱਖਾ ਸਦਾਣਾ, ਜਥੇਬੰਦੀਆਂ ਸਾਰੇ ਇਕੱਠੇ ਹੋ ਜਾਓ। ਮੈਚ ਵੱਡਾ ਹੈਗਾ, ਲੰਬਾ ਵੀ ਚੱਲ ਸਕਦਾ ਹੈਗਾ। ਨੌਜਵਾਨਾਂ ਤੇ ਜਥੇਬੰਦੀਆਂ ਦਾ ਇਕੱਠਾ ਹੋਣਾ ਜ਼ਰੂਰੀ ਆ। ਇੱਕ ਸਾਰਿਆਂ ਨਾਲੋਂ ਵੱਡੀ ਗੱਲ ਇਹ ਆ ਵੀ ਜਿੰਨੇ ਵੀ ਆਪਣੇ ਮੁੰਡੇ ਜੇਲ੍ਹਾਂ 'ਚ ਫਸੇ ਆ 26 ਤਰੀਕ ਵਾਲੇ ਦਿਨ, ਉਹ ਸਾਰੇ ਆਪਾਂ ਕਢਾਉਣੇ ਆ। ਆਪਣੇ ਟਰੈਕਟਰ ਵੀ ਉੱਥੇ ਫਸੇ ਵੇ ਆ, ਉਹ ਵੀ ਆਪਾਂ ਕਢਾਉਣੇ ਆ। ਸਾਰੇ ਪਰਚੇ ਰੱਦ ਕਰਾਉਣੇ ਆ। ਇੱਕ ਆਪਣੀ ਭੈਣ ਆ ਜਿਹੜੀ ਨੌਦੀਪ ਕੌਰ ਆ, ਉਹ ਵੀ ਹਰਿਆਣਾ ਪੁਲਿਸ ਨੇ ਚੱਕੀ ਸੀਗੀ ਭੈਣ ਆਪਣੀ, ਉਹਦੀ ਵੀ ਆਪਾਂ ਮਦਦ ਕਰਨੀ ਆ ਸੋਸ਼ਲ ਮੀਡੀਆ ਤੇ। ਉਹ ਭੈਣ ਬਾਰੇ ਵੀ ਇੱਕ ਨਾ ਤੁਸੀਂ ਮੁਹਿੰਮ ਚਲਾਓ, ਠੀਕ ਆ। ਗੱਲਾਂ ਬਸ ਏਕੇ ਦੀਆਂ ਖਿੱਚ ਕੇ ਸ਼ੇਅਰ ਕਰ ਦਿਓ। ਦੀਪ ਸਿੱਧੂ, ਬਾਈ ਲੱਖਾ ਸਦਾਣਾ, ਹੋਰ ਨੌਜਵਾਨ ਜਥੇਬੰਦੀਆਂ ਨੂੰ ਅਪੀਲ ਆ, ਹੱਥ ਜੋੜ ਕੇ ਵੀ ਇਕੱਠੇ ਹੋ ਜਾਓ। ਪੰਗਾ ਸੈਂਟਰ ਨਾਲ ਆ, ਮਾੜੀ ਝਿੜੀ ਗੱਲ ਨਹੀਂ। ਜਿੱਤਣ ਲਈ ਆਪਾਂ ਨੂੰ ਏਕਤਾ ਰੱਖਣੀ ਪਊਗੀ। ਹਰਫ ਚੀਮਾ ਨੇ ਇੱਕ ਵੀਡੀਓ ਸਾਂਝੀ ਕੀਤੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਜਿੱਥੇ ਉਹਨਾਂ ਨੇ ਆਪਣੀਆਂ ਮਨ ਦੀਆਂ ਭਾਵਨਾਵਾਂ ਦੀ ਸਾਂਝ ਪਾਈ ਹੈ। ਕੀ ਨੇ ਭਾਵਨਾਵਾਂ, ਤੁਸੀਂ ਵੀਡੀਓ ਦੇ ਵਿੱਚ ਦੇਖੋ। ਦੱਸ ਦਈਏ ਕਿ ਲਗਾਤਾਰ ਹਰਫ ਚੀਮਾ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਹੋਏ ਨੇ। ਕਿਸਾਨ ਅੰਦੋਲਨ ਦੇ ਬਾਰੇ ਵਿੱਚ ਤਸਵੀਰਾਂ ਤੇ ਵੀਡੀਓ ਸਮੇਂ-ਸਮੇਂ ਦੇ ਉੱਪਰ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਤੇ ਸਮੇਂ-ਸਮੇਂ ਦੇ ਉੱਪਰ ਉਹ ਅਪੀਲ ਵੀ ਨੌਜਵਾਨਾਂ ਨੂੰ ਤੇ ਹਰ ਵਰਗ ਨੂੰ ਕਰਦੇ ਹੋਏ ਨਜ਼ਰ ਆਉਂਦੇ ਨੇ। ਗੱਲਾਂ ਤਾਂ ਬਹੁਤ ਆਉਂਦੀਆਂ ਅੱਜ ਨਾ। ਉਹ ਸੁਣਾ ਯਾਰ, ਗੱਲਾਂ ਬਹੁਤ ਆ। ਬਾਈ ਨੂੰ ਪੁੱਛ ਭਾਈ ਨੂੰ ਭਲਾ ਇੱਥੇ ਆ ਜਾਓ, ਇੱਥੇ ਬੈਠ ਜਾਓ। ਹਾਂ ਹੁਣ ਦੱਸੋ ਹੌਸਲੇ ਚੋਂ। ਹਾਂਜੀ ਭਾਈ, ਹੌਸਲੇ ਜੀ ਪੂਰੇ ਹੌਸਲੇ ਸੀ। ਬੁਲੰਦ ਨੇ ਪੂਰੇ। ਤੇਰਾ ਥੋੜੀ ਜਿਹੀ ਮਨ ਨੂੰ ਠੇਸ ਲੱਗੇ ਸੀ ਜਿੱਦਣ ਆਪਣਾ 26 ਤਰੀਕ ਤੋਂ ਬਾਅਦ 26 ਨੂੰ, ਉਦੋਂ ਠੇਸ ਲੱਗੇ ਸੀ ਮਨ ਨੂੰ ਜਦੋਂ ਅਸੀਂ ਉੱਠ ਕੇ ਨਾ ਨਾਲੋਂ ਗਾਂਢ ਤੇ ਟਰਾਲੀਆਂ ਤੇ ਗੁੱਸਾ ਨਹੀਂ ਆਉਂਦਾ ਸੀਗਾ, ਪਰ ਹੁਣ ਰੋਕੀਏ ਵੀ ਕਿਵੇਂ। ਜੀ ਕਰਦਾ ਸੀ ਟਰਾਲੀ ਅੱਗੇ ਲੰਮੇ ਪੈ ਜਾਈਏ, ਕਿਉਂ ਜਾਂਦੇ। ਹੁਣ ਤਾਂ ਹੌਸਲੇ ਦਾ ਕੰਮ ਆ। ਭਾਈ ਹੁਣ ਤਾਂ ਜੀ ਪਹਿਲਾਂ ਨਾਲੋਂ ਸਾਡੇ ਜਿਵੇਂ ਕਹਿ ਲਓ ਕਿ ਹੌਸਲੇ ਬੁਲੰਦ ਹੋ ਗਏ। ਪਹਿਲਾਂ ਨਾਲੋਂ ਵੀ ਇਕੱਠ ਜ਼ਿਆਦਾ ਹੋ ਗਿਆ। 1200 ਪਿੰਡਾਂ ਦਾ ਮਤਾ ਪੈ ਗਿਆ ਜੀ। ਟਰਾਲੀਆਂ ਤੁਰ ਪਈਆਂ। ਅੱਜ ਫੋਨ ਆਏ ਨੇ ਸਾਨੂੰ। ਕਈ ਇੰਟਰਨੈਸ਼ਨਲ ਸਿਤਾਰਿਆਂ ਵੱਲੋਂ ਕਿਸਾਨਾਂ ਦੇ ਬਾਰੇ ਦੇ ਵਿੱਚ ਟਵੀਟ ਕੀਤੇ ਗਏ। ਕਈ ਸਿਤਾਰੇ ਇਸ ਨੂੰ ਸਪੋਰਟ ਕਰਦੇ ਨਜ਼ਰ ਆਏ। ਉਸ ਤੋਂ ਬਾਅਦ ਬਾਲੀਵੁੱਡ ਦੇ ਵਿੱਚੋਂ ਕਈ ਲੋਕ ਜੋ ਜਾਗੇ
ਉਹਨਾਂ ਨੇ ਟਵੀਟ ਕਰਨੇ ਸ਼ੁਰੂ ਕੀਤੇ। ਇਸ ਦੇ ਵਿੱਚ ਕੁਝ ਗਾਇਕ ਵੀ ਸਨ, ਇਸ ਦੇ ਵਿੱਚ ਕੁਝ ਸਾਬਕਾ ਤੇ ਮੌਜੂਦਾ ਕ੍ਰਿਕਟਰਸ ਵੀ ਸਨ, ਜਿਨ੍ਹਾਂ ਨੇ ਜੋ ਫਿਲਮੀ ਜਿਹੜੇ ਹਾਲੀਵੁੱਡ ਦੇ ਸਿਤਾਰੇ ਨੇ ਉਹਨਾਂ ਵੱਲੋਂ ਜੋ ਟਵੀਟ ਕੀਤੇ ਗਏ ਕਿਸਾਨੀ ਮੁੱਦੇ ਦੇ ਬਾਰੇ ਉਹਨਾਂ ਨੂੰ ਪ੍ਰੋਪੇਗੈਂਡਾ ਦੱਸਿਆ। ਭਾਰਤ ਨੂੰ ਇਕਜੁੱਟ ਦੱਸਦੇ ਹੋਏ ਇਹ ਨਜ਼ਰ ਆਏ ਜੋ ਟਵੀਟਸ ਇਹਨਾਂ ਵੱਲੋਂ ਕੀਤੇ ਗਏ। ਹੁਣ ਮਹਾਰਾਸ਼ਟਰ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ, ਕਿਉਂਕਿ ਉਹ ਇਹ ਪਤਾ ਲਗਾਉਣਾ ਚਾਹੁੰਦੇ ਨੇ ਕਿ ਜੋ ਵੀ ਟਵਿੱਟਰ ਦੇ ਉੱਪਰ ਹੋਇਆ, ਜੋ ਵੀ ਇਹਨਾਂ ਸਿਤਾਰਿਆਂ ਵੱਲੋਂ ਆਪਣਾ ਪੱਖ ਰੱਖਿਆ ਗਿਆ, ਵਾਕਈ ਹੀ ਇਹ ਉਹਨਾਂ ਦੇ ਵਿਚਾਰ ਸਨ ਜਾਂ ਫਿਰ ਉਹਨਾਂ ਨੂੰ ਕੇਂਦਰ ਦੀ ਸਰਕਾਰ ਦਾ ਡਰ ਸੀ ਜਾਂ ਫਿਰ ਉਹਨਾਂ ਦੇ ਡਰ ਦੇ ਕਾਰਨ ਉਹਨਾਂ ਵੱਲੋਂ ਇਹ ਟਵੀਟ ਕੀਤੇ ਗਏ। ਕਿਉਂਕਿ ਇਸ ਦੇ ਲਈ ਉਹਨਾਂ ਨੇ ਤਰਕ ਦਿੱਤਾ ਹੈ ਕਿ ਬਹੁਤ ਸਾਰੇ ਸ਼ਬਦ ਜਿਹੜੇ ਸੀ, ਕਈ ਤਾਂ ਲਾਈਨਾਂ ਵੀ ਇੱਕ ਦੂਸਰੇ ਦੇ ਨਾਲ ਮੇਲ ਖਾਂਦੀਆਂ ਨਜ਼ਰ ਆਈਆਂ। ਸੋ ਇਹ ਸਨ ਕੁਝ ਖਬਰਾਂ ਤੇ ਵੀਡੀਓਜ਼ ਜੋ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਿਨ੍ਹਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਤੁਹਾਡੇ ਕੋਈ ਵੀ ਵਿਚਾਰ ਨੇ, ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣਾ ਫੀਡਬੈਕ ਤੁਸੀਂ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਸਾਂਝਾ ਕਰ ਸਕਦੇ ਹੋ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।